ਜਦੋਂ ਦੋਧੀ ਸਾਡੇ ਘਰ ਦੁੱਧ ਦੇਣ ਆਉਂਦਾ ਤਾਂ ਉਹ ਮਾਂ ਨਾਲ ਘੰਟਾ-ਘੰਟਾ ਬੈਠਾ ਗੱਲਾਂ ਕਰਦਾ ਰਹਿੰਦਾ। ਜਦੋਂ ਜਾਣ ਲੱਗਦਾ ਤਾਂ ਕਦੇ 100 ਕਦੇ 50 ਰੁਪਏ ਮੈਨੂੰ ਦੇ ਜਾਂਦਾ। ਇੱਕ ਦਿਨ ਮਾਂ ਘਰ ਨਹੀਂ ਸੀ। ਦੋਧੀ ਆਇਆ ਤਾਂ ਮੈਂ ਆਵਾਜ਼ ਦਿੰਦੇ ਹੋਏ ਕਿਹਾ, ਬਰਾਂਡੇ ਵਿੱਚ ਡੋਲੂ ਪਿਆ, ਉਸ ਵਿੱਚ ਦੁੱਧ ਪਾ ਦਿਓ। ਫਿਰ ਉਸ ਦਿਨ ਮੇਰੇ ਹੋਸ਼ ਉੱਡ ਗਏ ਜਦੋਂ ਦੋਧੀ ਨੇ ਦਰਵਾਜ਼ਾ ਬੰਦ ਕਰ ਲਿਆ। ਅੱਜ ਫਿਰ ਜਦੋਂ ਮੈਂ ਸਕੂਲ ਤੋਂ ਘਰ ਆਈ ਤਾਂ ਸਾਹਮਣੇ ਉਹ ਵਿਅਕਤੀ ਬੈਠਾ ਸੀ। ਪਤਾ ਨਹੀਂ ਕਿਉਂ ਮੈਂ ਉਸ ਵਿਅਕਤੀ ਨਾਲ ਨਫ਼ਰਤ ਕਰਨ ਲੱਗ ਪਈ ਸੀ। ਮੈਨੂੰ ਆਪਣੀ ਮਾਂ ਦੀ ਸਮਝ ਨਹੀਂ ਆਉਂਦੀ ਸੀ ਕਿ ਉਹ ਕਿਉਂ ਇੱਕ ਦੋਧੀ ਨੂੰ ਬਿਠਾ ਕੇ ਗੱਲਾਂ ਕਰਦੀ ਰਹਿੰਦੀ ਹੈ। ਜਦੋਂ ਵੀ ਮੈਂ ਘਰ ਆਉਂਦੀ ਤਾਂ ਉਹ ਮੇਰੇ ਵੱਲ ਦੇਖ ਕੇ ਅਜੀਬ ਜਿਹਾ ਹੱਸਣ ਲੱਗ ਪੈਂਦਾ ਤੇ ਖੜਾ ਹੋ ਕੇ ਕਹਿੰਦਾ, ਤੈਨੂੰ ਪਤਾ ਹੈ, ਅੱਜ ਮੈਂ ਤੇਰੇ ਲਈ ਦੁੱਧ ਦੇ ਨਾਲ-ਨਾਲ ਗਾਂ ਦਾ ਮੱਖਣ ਵੀ ਲੈ ਕੇ ਆਇਆ ਹਾਂ। ਤੂੰ ਮੱਖਣ ਖਾਇਆ ਕਰ, ਆਪਣੀ ਸਿਹਤ ਦੇਖ ਕਿੰਨੀ ਕਮਜ਼ੋਰ ਹੋ ਗਈ ਹੈ। ਜਿਵੇਂ ਹੀ ਉਹ ਅੱਗੇ ਵੱਧ ਕੇ ਮੇਰੇ ਸਿਰ 'ਤੇ ਹੱਥ ਰੱਖਣ ਲੱਗਿਆ, ਮੈਂ ਆਪਣਾ ਸਿਰ ਜਲਦੀ ਨਾਲ ਪਿੱਛੇ ਕਰ ਲਿਆ ਤੇ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲੇ ਗਈ। ਇਹੋ ਜਿਹੇ ਲੋਕ ਬਹਾਨੇ ਨਾਲ ਕੁੜੀਆਂ ਨੂੰ ਛੋਹਣ ਦੇ ਸ਼ੌਕੀਨ ਹੁੰਦੇ ਹਨ। ਮੈਂ ਸਭ ਸਮਝਦੀ ਸੀ, ਪਰ ਪਤਾ ਨਹੀਂ ਮਾਂ ਨੂੰ ਕੀ ਹੋ ਗਿਆ ਸੀ। ਜਦੋਂ ਤੋਂ ਇਹ ਨਵਾਂ ਦੋਜੀ ਸਾਡੇ ਮੁਹੱਲੇ ਵਿੱਚ ਆਇਆ ਸੀ, ਉਹ ਸਾਡੇ ਘਰ ਦੁੱਧ ਦੇਣ ਲਈ ਆਉਣ ਲੱਗ ਪਿਆ ਸੀ। ਮੇਰੀ ਮਾਂ ਦੀ ਮਿਹਰਬਾਨੀ ਮੈਨੂੰ ਸਮਝ ਨਹੀਂ ਆ ਰਹੀ ਸੀ, ਜਦ ਕਿ ਮੈਨੂੰ ਪਤਾ ਸੀ ਕਿ ਉਹ ਇੱਕ ਠਰਕੀ ਬੁੱਢਾ ਹੈ। ਮੈਂ ਉਸ ਨੂੰ ਮੁਹੱਲੇ ਵਿੱਚ ਕਈ ਔਰਤਾਂ ਨਾਲ ਲੰਬੇ ਸਮੇਂ ਤੱਕ ਗੱਲਾਂ ਕਰਦੇ ਦੇਖਿਆ ਸੀ। ਜਿਸ ਨੂੰ ਵੀ ਉਹ ਦੁੱਧ ਦੇਣ ਜਾਂਦਾ ਸੀ, ਗੱਲਾਂ ਕਰਨ ਲੱਗ ਪੈਂਦਾ ਸੀ ਤੇ ਔਰਤਾਂ ਵੀ ਬਹੁਤ ਅਜੀਬ ਸਨ। ਉਹ ਉਸ ਦੇ ਕਿੱਸੇ ਕਹਾਣੀਆਂ ਸੁਣਨ ਬੈਠ ਜਾਂਦੀਆਂ। ਮੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਸੀ। ਜਦੋਂ ਤੋਂ ਇਹ ਵਿਅਕਤੀ ਸਾਡੇ ਘਰ ਦੁੱਧ ਦੇਣ ਲਈ ਆਉਣ ਲੱਗਾ, ਪਹਿਲਾਂ ਤਾਂ ਮਾਂ ਦਰਵਾਜ਼ੇ 'ਤੇ ਖੜੀ ਹੋ ਕੇ ਉਸ ਨਾਲ ਗੱਲਾਂ ਕਰਦੀ ਰਹਿੰਦੀ ਸੀ। ਫਿਰ ਇੱਕ ਦਿਨ ਦੋਧੀ ਕਹਿਣ ਲੱਗਾ, ਮੈਨੂੰ ਬਹੁਤ ਭੁੱਖ ਲੱਗੀ ਹੈ, ਜੇ ਕੁਝ ਖਾਣ ਨੂੰ ਮਿਲ ਜਾਂਦਾ ਤਾਂ ਮੇਰੇ ਢਿੱਡ ਨੂੰ ਵੀ ਰਾਹਤ ਮਿਲ ਜਾਵੇ। ਫਿਰ ਰੱਬ ਜਾਣੇ ਸਾਰੀ ਦੁਨੀਆ ਦੀ ਪ੍ਰਵਾਹ ਮੇਰੀ ਮਾਂ ਵਿੱਚ ਹੀ ਜਾਗ ਉੱਠੀ ਤੇ ਝੱਟ ਉਸ ਨੂੰ ਕਹਿਣ ਲੱਗੀ, ਹਾਂਜੀ ਅੰਦਰ ਆਵੋ, ਖਾਣਾ ਤਿਆਰ ਹੈ। ਫਿਰ ਉਹ ਵਿਅਕਤੀ ਹਰ ਰੋਜ਼ ਹੀ ਦੁਪਹਿਰ ਦਾ ਖਾਣਾ ਸਾਡੇ ਘਰ ਖਾਣ ਲੱਗਾ। ਮੇਰੀ ਮਾਂ ਵਿਧਵਾ ਸੀ ਤੇ ਅਸੀਂ ਦੋਵੇਂ ਮਾਵਾਂ ਧੀਆਂ ਘਰ ਵਿੱਚ ਇਕੱਲੀਆਂ ਹੀ ਰਹਿੰਦੀਆਂ ਸੀ। ਮੇਰੀ ਮਾਂ ਬਹੁਤ ਹੀ ਵੱਖਰੀ ਕਿਸਮ ਦੀ ਔਰਤ ਸੀ। ਉਸਨੇ ਕਦੇ ਵੀ ਕਿਸੇ ਆਦਮੀ ਨਾਲ ਗੱਲ ਨਹੀਂ ਕੀਤੀ ਸੀ ਕਿ ਕੋਈ ਉਸ ਦੇ ਚਰਿੱਤਰ 'ਤੇ ਉਂਗਲੀ ਨਾ ਉਠਾਵੇ। ਮੇਰੇ ਜਨਮ ਤੋਂ ਕੁਝ ਸਮਾਂ ਪਹਿਲਾਂ ਹੀ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ। ਮੇਰੀ ਮਾਂ ਨੇ ਮੇਰੇ ਕਰਕੇ ਦੂਜਾ ਵਿਆਹ ਨਹੀਂ ਕਰਵਾਇਆ ਸੀ। ਉਹ ਸਾਰੀ ਉਮਰ ਮੇਰੀ ਮਰਜ਼ੀ ਨਾਲ ਜਿਉਂਦੀ ਰਹੀ। ਮੈਂ 12ਵੀਂ ਕਲਾਸ ਵਿੱਚ ਹੋ ਗਈ ਸੀ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਇਲਾਕੇ ਦੇ ਲੋਕ ਮੇਰੀ ਮਾਂ ਦੀ ਬਹੁਤ ਇੱਜ਼ਤ ਕਰਦੇ ਸਨ। ਮੇਰੀ ਮਾਂ ਸਿਲਾਈ ਦਾ ਕੰਮ ਕਰਦੀ ਸੀ। ਉਸ ਨਾਲ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਸੀ। ਅਸੀਂ ਦੋਵੇਂ ਮਾਵਾਂ ਧੀਆਂ ਸਿਰਫ ਆਪਣੀ ਲੋੜਾਂ ਪੂਰੀਆਂ ਕਰਦੀਆਂ ਸੀ ਤੇ ਅੱਜ ਕੱਲ੍ਹ ਮਾਂ ਦੀ ਉਸ ਦੋਧੀ 'ਤੇ ਮਿਹਰਬਾਨੀ ਦੇਖ ਕੇ ਮੈਨੂੰ ਗੁੱਸਾ ਆ ਜਾਂਦਾ ਸੀ ਕਿ ਇਸ ਬੰਦੇ ਨੂੰ ਰੋਜ਼ ਖਾਣਾ ਦੇਣ ਦੀ ਕੀ ਲੋੜ ਹੈ। ਮੈਂ ਕਮਰੇ ਵਿੱਚ ਬੈਠੀ ਆਪਣਾ ਗੁੱਸਾ ਕੱਢ ਰਹੀ ਸੀ ਜਦ ਮਾਂ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਕਹਿਣ ਲੱਗੀ, ਤੂੰ ਦੋਧੀ ਨਾਲ ਇਹ ਬਦਤਮੀਜ਼ੀ ਕਿਉਂ ਕੀਤੀ ਹੈ? ਉਹ ਤੈਨੂੰ ਧੀ ਸਮਝ ਕੇ ਪਿਆਰ ਦੇ ਰਿਹਾ ਸੀ ਤੇ ਤੂੰ ਅੰਦਰ ਆ ਗਈ। ਮੈਂ ਕਿਹਾ, ਮੈਨੂੰ ਕੁਝ ਨਹੀਂ ਪਤਾ, ਮੈਨੂੰ ਦੋਧੀ ਚੰਗਾ ਨਹੀਂ ਲੱਗਦਾ ਹੈ। ਤੁਹਾਨੂੰ ਕੀ ਹੋ ਗਿਆ ਹੈ ਤੇ ਕਿਉਂ ਉਸ ਨੂੰ ਕਈ ਘੰਟੇ ਘਰ ਬਿਠਾ ਕੇ ਰੱਖਦੇ ਹੋ? ਵੈਸੇ ਤਾਂ ਤੁਸੀਂ ਕਹਿੰਦੇ ਹੋ ਕਿ ਖਰਚਾ ਘੱਟ ਕਰੋ, ਗੁੰਜਾਇਸ਼ ਨਹੀਂ ਹੈ। ਸਾਡੇ ਘਰੋਂ 4 ਰੋਟੀਆਂ ਤਾਂ ਉਹ ਖਾ ਕੇ ਚਲਾ ਜਾਂਦਾ ਹੈ। ਮੇਰੇ ਇਹ ਕਹਿਣ ਦੀ ਦੇਰ ਸੀ ਕਿ ਮਾਂ ਮੇਰੇ 'ਤੇ ਗੁੱਸਾ ਹੋ ਗਈ ਤੇ ਕਹਿਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ? ਉਸ ਦੀਆਂ ਰੋਟੀਆਂ ਗਿਣਦੀ ਐ। ਕੋਈ ਖਾਂਦਾ ਹੈ ਤਾਂ ਆਪਣੀ ਕਿਸਮਤ ਦਾ ਖਾਂਦਾ ਹੈ। ਖਬਰਦਾਰ, ਮੈਂ ਤੇਰੇ ਮੂੰਹੋਂ ਇਹ ਦੁਬਾਰਾ ਸੁਣਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਇਹ ਕਹਿ ਕੇ ਮੇਰੀ ਮਾਂ ਕਮਰੇ ਵਿੱਚੋਂ ਬਾਹਰ ਚਲੀ ਗਈ। ਪਰ ਅਗਲੇ ਦਿਨ ਮੈਂ ਹੈਰਾਨ ਰਹਿ ਗਈ ਜੋ ਦੋਜੀ ਨੇ ਮੇਰੇ ਨਾਲ ਕੀਤਾ। ਮੈਂ ਸਕੂਲ ਜਾ ਰਹੀ ਸੀ ਤੇ ਉਹ ਆਪਣੀ ਦੁਕਾਨ 'ਤੇ ਬੈਠਾ ਸੀ। ਮੈਨੂੰ ਦੇਖਦੇ ਹੀ ਉਹ ਦੁਕਾਨ ਤੋਂ ਬਾਹਰ ਆ ਗਿਆ ਤੇ ਮੇਰਾ ਨਾਮ ਲੈ ਕੇ ਬੋਲਿਆ। ਜਦੋਂ ਮੈਂ ਉਸ ਨੂੰ ਦੇਖਿਆ ਤਾਂ ਉਸ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਉੱਥੇ ਕਈ ਹੋਰ ਦੁਕਾਨਾਂ ਵੀ ਸਨ ਤੇ ਸਾਰੇ ਮੇਰੇ ਵੱਲ ਦੇਖਣ ਲੱਗੇ। ਉਸ ਦਾ ਵਿਵਹਾਰ ਮੈਨੂੰ ਬਹੁਤ ਬੁਰਾ ਲੱਗਾ। ਆਪਣੀ ਦੁਕਾਨ ਤੋਂ ਬਾਹਰ ਆ ਕੇ ਮੇਰੇ ਕੋਲ ਆ ਗਿਆ ਤੇ ਉਸ ਨੇ ਮੇਰੇ ਹੱਥ ਵਿੱਚ 100 ਰੁਪਏ ਦਾ ਨੋਟ ਫੜਾ ਕੇ ਕਿਹਾ ਕਿ ਸਕੂਲ ਵਿੱਚ ਕੁਝ ਖਾ ਪੀ ਲਵੀਂ। ਇਹ ਕਹਿ ਕੇ ਉਹ ਵਾਪਸ ਆਪਣੀ ਦੁਕਾਨ ਵਿੱਚ ਚਲਾ ਗਿਆ ਤਾਂ ਆਸ-ਪਾਸ ਦੇ ਦੁਕਾਨਦਾਰ ਮੇਰੇ ਵੱਲ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਸੀ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਤੇ ਮੈਂ ਸਕੂਲ ਜਾਣ ਦੀ ਬਜਾਏ ਘਰ ਵਾਪਸ ਆ ਗਈ। ਮਾਂ ਉਸ ਸਮੇਂ ਸਿਲਾਈ ਮਸ਼ੀਨ 'ਤੇ ਬੈਠੀ ਸੀ। ਮੈਂ ਜ਼ੋਰ ਨਾਲ ਦਰਵਾਜ਼ਾ ਖੜਕਾਇਆ। ਜਦ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੈਨੂੰ ਦੇਖ ਕੇ ਘਬਰਾ ਗਈ। ਉਹ ਮੈਨੂੰ ਪੁੱਛਣ ਲੱਗੀ ਕਿ ਕੀ ਹੋਇਆ, ਤੂੰ ਸਕੂਲ ਕਿਉਂ ਨਹੀਂ ਗਈ, ਵਾਪਸ ਕਿਉਂ ਆ ਗਈ?
ਮੈਂ ਗੁੱਸੇ ਨਾਲ ਘਰ ਦੇ ਅੰਦਰ ਆ ਗਈ ਤੇ ਮਾਂ ਨੂੰ 100 ਰੁਪਏ ਦਾ ਨੋਟ ਫੜਾਉਂਦੇ ਹੋਏ ਕਿਹਾ, ਦੋਦੀ ਨੂੰ ਕਹੋ ਆਪਣੀ ਹੱਦ ਵਿੱਚ ਰਹੇ। ਸਭ ਦੇ ਸਾਹਮਣੇ ਉਸਨੇ 100 ਰੁਪਏ ਦਾ ਨੋਟ ਮੇਰੇ ਹੱਥ ਵਿੱਚ ਰੱਖਦੇ ਹੋਏ ਕਿਹਾ ਕਿ ਸਕੂਲ ਵਿੱਚ ਕੁਝ ਖਾ ਪੀ ਲਵੀਂ। ਉਹ ਕੌਣ ਹੁੰਦਾ ਹੈ ਸਾਡੇ ਤੇ ਅਹਿਸਾਨ ਕਰਨ ਵਾਲਾ? ਸਾਡੇ ਸਿਰ ਤੇ ਕੋਈ ਬੰਦਾ ਨਹੀਂ ਹੈ, ਨਾ ਪਿਤਾ ਨਾ ਕੋਈ ਭਰਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਮੈਨੂੰ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਜਲੀਲ ਕਰੇ। ਅਸੀਂ ਉਸਦੀ ਰਹਿਮਤ ਨਾਲ ਥੋੜੀ ਨਾ ਜ਼ਿੰਦਗੀ ਜੀ ਰਹੇ ਹਾਂ। ਇਹ ਸੁਣ ਕੇ ਮੇਰੀ ਮਾਂ ਦੇ ਮੱਥੇ ਤੇ ਅਜੀਬ ਜਿਹੇ ਵੱਟ ਪੈ ਗਏ ਤੇ ਕਹਿਣ ਲੱਗੀ, ਠੀਕ ਹੈ, ਤੂੰ ਹੁਣ ਸਕੂਲ ਚਲੇ ਜਾ। ਜਦੋਂ ਦੋਦੀ ਦੁੱਧ ਦੇਣ ਆਵੇਗਾ ਤਾਂ ਮੈਂ ਉਸ ਨੂੰ ਮਨਾ ਕਰ ਦਵਾਂਗੀ ਕਿ ਤੈਨੂੰ ਬਾਜ਼ਾਰ ਵਿੱਚ ਰੋਕ ਕੇ ਪੈਸੇ ਨਾ ਦਵੇ। ਉਸ ਸਮੇਂ ਮੇਰੀ ਹਾਲਤ ਅਜਿਹੀ ਸੀ ਕਿ ਗੁੱਸੇ ਨਾਲ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ। ਪਹਿਲੀ ਵਾਰ ਮੈਨੂੰ ਆਪਣੇ ਪਿਤਾ ਦੀ ਕਮੀ ਦਾ ਅਹਿਸਾਸ ਹੋਇਆ ਸੀ। ਜੇ ਅੱਜ ਉਹ ਸਾਡੇ ਸਿਰ ਤੇ ਹੁੰਦੇ ਤਾਂ ਇਸ ਦੋਦੀ ਦੀ ਹਿੰਮਤ ਨਹੀਂ ਹੋਣੀ ਸੀ ਕਿ ਮੈਨੂੰ ਸੜਕ ਤੇ ਰੋਕ ਕੇ ਪੈਸੇ ਦਿੰਦਾ। ਵੇਖਣ ਵਾਲੇ ਕੀ ਸੋਚਣਗੇ ਕਿ ਉਹ ਮੈਨੂੰ ਪੈਸੇ ਕਿਉਂ ਦੇ ਰਿਹਾ ਹੈ, ਕਿ ਅਸੀਂ ਬਹੁਤ ਗਰੀਬ ਹਾਂ ਜੋ ਉਹ ਵਿਅਕਤੀ ਸਾਡੇ ਤੇ ਅਹਿਸਾਨ ਕਰ ਰਿਹਾ ਹੈ। ਲੋਕਾਂ ਨੂੰ ਇਹ ਵੀ ਲੱਗਦਾ ਹੋਵੇਗਾ ਕਿ ਇਹ ਸਾਨੂੰ ਦੁੱਧ ਵੀ ਫ੍ਰੀ ਦੇ ਕੇ ਜਾਂਦਾ ਹੈ। ਫਿਰ ਗੁੱਸੇ ਵਿੱਚ ਮੈਂ ਸਕੂਲ ਚਲੀ ਗਈ। ਮੈਨੂੰ ਨਾ ਤਾਂ ਪੂਰਾ ਦਿਨ ਕੋਈ ਲੈਕਚਰ ਸਮਝ ਵਿੱਚ ਆਇਆ ਤੇ ਨਾ ਹੀ ਮੇਰਾ ਪੜ੍ਹਾਈ ਵਿੱਚ ਦਿਲ ਲੱਗਿਆ। ਹਾਂ, ਮੈਂ ਬਹੁਤ ਗਰੀਬ ਸੀ ਪਰ ਨਿਰਸਵਾਰਥ ਸੀ। ਸ਼ਾਮ ਨੂੰ ਮੈਂ ਆਂਢ ਗੁਆਂਢ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗ ਗਈ ਸੀ ਤੇ ਆਪਣੀ ਮਾਂ ਦੀ ਮਦਦ ਕਰਦੀ ਸੀ। ਮੇਰਾ ਇਹੀ ਇਰਾਦਾ ਸੀ ਕਿ ਚੰਗੀ ਪੜ੍ਹਾਈ ਕਰਕੇ ਚੰਗੀ ਨੌਕਰੀ ਕਰਾਂਗੀ ਤੇ ਆਪਣੇ ਹਾਲਾਤ ਬਦਲਾਂਗੀ। ਮੈਨੂੰ ਇਹ ਪਸੰਦ ਨਹੀਂ ਸੀ ਕਿ ਸਾਡੇ ਤੇ ਕੋਈ ਅਹਿਸਾਨ ਕਰੇ ਜਾਂ ਕੋਈ ਸਾਡੇ ਵੱਲ ਅਜੀਬ ਨਜ਼ਰ ਨਾਲ ਦੇਖੇ ਜਾਂ ਇਹ ਸੋਚੇ ਕਿ ਅਸੀਂ ਉਸਦੀ ਮਿਹਰ ਹੇਠ ਜੀ ਰਹੇ ਹਾਂ। ਮੈਂ ਸੋਚਿਆ ਸੀ ਕਿ ਆਪਣੀ ਮਾਂ ਨੂੰ ਕਹਾਂਗੀ ਕਿ ਉਸ ਵਿਅਕਤੀ ਨੂੰ ਆਪਣੇ ਘਰ ਬੁਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਦੁੱਧ ਦੇਣ ਆਉਂਦਾ ਹੈ ਤੇ ਦੁੱਧ ਦੇ ਕੇ ਆਪਣੇ ਘਰ ਚਲਾ ਜਾਵੇ। ਉਸ ਤੋਂ ਬਾਅਦ ਉਸ ਦਾ ਕੀ ਕੰਮ ਹੈ ਕਿ ਉਹ ਸਾਡੇ ਘਰ ਬੈਠ ਕੇ ਰੋਜ਼ ਰੋਟੀ ਖਾਵੇ। ਜਦੋਂ ਮੈਂ ਸਕੂਲ ਤੋਂ ਘਰ ਵਾਪਸ ਆਈ ਤਾਂ ਵਿਅਕਤੀ ਮੇਰੀ ਮਾਂ ਦੇ ਨਾਲ ਬੈਠਾ ਮੰਜੇ ਤੇ ਗੱਲਾਂ ਮਾਰ ਰਿਹਾ ਸੀ। ਮੈਨੂੰ ਨਹੀਂ ਪਤਾ ਮੇਰੀ ਮਾਂ ਉਸ ਨੂੰ ਕੀ ਕਹਿ ਰਹੀ ਸੀ ਤੇ ਉਹ ਆਪਣੀਆਂ ਅੱਖਾਂ ਨੀਵੀਆਂ ਕਰਕੇ ਸਿਰ ਹਿਲਾ ਰਿਹਾ ਸੀ। ਜਿਵੇਂ ਹੀ ਮੈਂ ਦਰਵਾਜ਼ੇ ਵਿੱਚੋਂ ਅੰਦਰ ਦਾਖਲ ਹੋਈ ਤਾਂ ਉਸਨੇ ਇੱਕ ਨਜ਼ਰ ਮੇਰੇ ਵੱਲ ਮਾਰੀ ਤੇ ਫਿਰ ਖੜਾ ਹੋ ਗਿਆ। ਉਹ ਚਿਹਰੇ ਤੋਂ ਬਹੁਤ ਅਜੀਬ ਲੱਗ ਰਿਹਾ ਸੀ ਤੇ ਕਹਿਣ ਲੱਗਿਆ, ਮੈਨੂੰ ਮਾਫ਼ ਕਰਨਾ, ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ ਕਿ ਲੋਕ ਤੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣ। ਬਸ ਮੇਰੇ ਦਿਲ ਵਿੱਚ ਆਇਆ, ਇਸ ਲਈ ਮੈਂ ਤੈਨੂੰ ਪੈਸੇ ਦੇ ਦਿੱਤੇ। ਪਰ ਹੁਣ ਮੈਂ ਕਿਸੇ ਦੇ ਸਾਹਮਣੇ ਅਜਿਹਾ ਕੰਮ ਨਹੀਂ ਕਰਾਂਗਾ ਜਿਸ ਨਾਲ ਤੇਰੀ ਇੱਜ਼ਤ ਦੇ ਉੱਤੇ ਸਵਾਲ ਉੱਠੇ। ਫਿਰ ਉਸਨੇ ਆਪਣੀ ਜੇਬ ਵਿੱਚੋਂ 100 ਦਾ ਨੋਟ ਕੱਢਿਆ ਤੇ ਕਿਹਾ, ਇਹ ਰੱਖ ਲੈ। ਜੇ ਤੂੰ ਚੁੱਪ ਕਰਕੇ ਇਸ ਨੂੰ ਰੱਖ ਲਵੇਂਗੀ ਤਾਂ ਮੇਰੀ ਸ਼ਰਮਿੰਦਗੀ ਦੂਰ ਹੋ ਜਾਵੇਗੀ। ਨਾ ਕਰੀ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਬੋਲਦੀ, ਮੇਰੀ ਮਾਂ ਨੇ ਮੈਨੂੰ ਪੈਸੇ ਫੜਨ ਦਾ ਇਸ਼ਾਰਾ ਕੀਤਾ। ਉਸ ਸਮੇਂ ਮੈਂ ਬਹਿਸ ਕਰਨ ਦੇ ਮੂਡ ਵਿੱਚ ਵੀ ਨਹੀਂ ਸੀ, ਇਸ ਲਈ ਮੈਂ 100 ਰੁਪਏ ਰੱਖ ਲਏ। ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਆ ਗਈ ਸੀ। ਫਿਰ ਉਹ ਚਲਾ ਗਿਆ। ਇੱਕ ਵਾਰ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੀ ਸੀ। ਇੱਕ ਬੱਚਾ ਕਹਿਣ ਲੱਗਾ, ਟੀਚਰ ਜੀ, ਦੋਦੀ ਤੁਹਾਡਾ ਕੀ ਲੱਗਦਾ ਹੈ ਜੋ ਹਰ ਰੋਜ਼ ਤੁਹਾਡੇ ਘਰ ਬੈਠਾ ਰਹਿੰਦਾ ਹੈ? ਮੈਂ ਕਿਹਾ, ਮੇਰੇ ਨਾਲ ਸਵਾਲ ਜਵਾਬ ਨਾ ਕਰੋ, ਆਪਣੀ ਪੜ੍ਹਾਈ ਕਰੋ। ਕੁਝ ਦਿਨਾਂ ਬਾਅਦ ਇੱਕ ਹੋਰ ਬੱਚੇ ਨੇ ਮੈਨੂੰ ਉਹੀ ਸਵਾਲ ਕੀਤਾ ਕਿ ਉਸ ਦੀ ਮਾਂ ਕਹਿ ਰਹੀ ਸੀ, ਪਤਾ ਨਹੀਂ ਉਸ ਦੀ ਮਾਂ ਦਾ ਦੋਦੀ ਨਾਲ ਕੀ ਚੱਕਰ ਹੈ ਜੋ ਇੰਨੇ ਘੰਟੇ ਉਹਨਾਂ ਦੇ ਘਰ ਬੈਠਾ ਰਹਿੰਦਾ ਹੈ। ਉਹੀ ਗੱਲ ਹੋਈ ਜਿਸ ਤੋਂ ਮੈਂ ਡਰਦੀ ਸੀ। ਜਿਹੜੇ ਲੋਕ ਹੁਣ ਤੱਕ ਮਾਂ ਦੀ ਇੱਜ਼ਤ ਕਰਦੇ ਆ ਰਹੇ ਸਨ ਕਿ ਇਸ ਔਰਤ ਨੇ ਸਾਰੀ ਜ਼ਿੰਦਗੀ ਆਪਣੇ ਪਤੀ ਦੇ ਨਾਮ ਨਾਲ ਗੁਜ਼ਾਰ ਦਿੱਤੀ, ਪਰ ਅੱਜ ਤੱਕ ਕਿਸੇ ਨੇ ਉਸ ਨੂੰ ਨਹੀਂ ਦੇਖਿਆ ਕਿ ਕੋਈ ਗੈਰ ਬੰਦਾ ਉਹਨਾਂ ਦੇ ਘਰ ਆਇਆ ਹੋਵੇ। ਇਸ ਉਮਰ ਵਿੱਚ ਮੇਰੀ ਮਾਂ ਦਾ ਸਾਰਾ ਕੀਤਾ ਕਰਾਇਆ ਮਿੱਟੀ ਵਿੱਚ ਮਿਲ ਗਿਆ। ਉਹ ਉੱਥੇ ਹੀ ਬੈਠੀ ਕੱਪੜੇ ਸਿਲਾਈ ਕਰ ਰਹੀ ਸੀ ਤੇ ਉਸ ਬੱਚੇ ਦੀ ਗੱਲ ਵੀ ਸੁਣ ਰਹੀ ਸੀ। ਮੈਂ ਗੁੱਸੇ ਭਰੀਆਂ ਨਜ਼ਰਾਂ ਨਾਲ ਮਾਂ ਵੱਲ ਦੇਖਿਆ ਤਾਂ ਉਹ ਨਜ਼ਰ ਬਦਲ ਕੇ ਕੱਪੜੇ ਸਿਲਾਈ ਕਰਨ ਲੱਗ ਪਈ। ਮੈਨੂੰ ਮੇਰੀ ਮਾਂ ਨੇ ਕੋਈ ਜਵਾਬ ਨਹੀਂ ਦਿੱਤਾ। ਪਤਾ ਨਹੀਂ ਕਿਉਂ ਮੈਨੂੰ ਮੇਰੀ ਮਾਂ ਦੀ ਖਾਮੋਸ਼ੀ ਤੇ ਬਹੁਤ ਹੈਰਾਨੀ ਹੋਈ। ਉਸਨੇ ਕਿਉਂ ਨਹੀਂ ਉਸ ਬੱਚੇ ਨੂੰ ਕਿਹਾ ਕਿ ਤੇਰੀ ਮਾਂ ਕੌਣ ਹੁੰਦੀ ਹੈ, ਮੇਰੇ ਕਿਰਦਾਰ ਤੇ ਉਂਗਲ ਉਠਾਉਣ ਵਾਲੀ। ਜਦੋਂ ਬੱਚੇ ਟਿਊਸ਼ਨ ਪੜ੍ਹ ਕੇ ਚਲੇ ਗਏ ਤਾਂ ਮੈਂ ਆਪਣੀ ਮਾਂ ਨੂੰ ਕਿਹਾ, ਮਾਂ, ਤੁਸੀਂ ਸੁਣ ਲਿਆ? ਸਾਰੀ ਉਮਰ ਤੁਹਾਡਾ ਚਰਿੱਤਰ ਸਭ ਦੀਆਂ ਨਜ਼ਰਾਂ ਵਿੱਚ ਸਾਫ਼ ਰਿਹਾ ਹੈ। ਤੁਸੀਂ ਦੋਦੀ ਨੂੰ ਆਉਣ ਤੋਂ ਨਹੀਂ ਰੋਕਦੇ ਤੇ ਲੋਕ ਸਾਡੇ ਬਾਰੇ ਗੱਲਾਂ ਕਰਨ ਲੱਗ ਪਏ ਹਨ। ਮੇਰੀ ਗੱਲ ਸੁਣ ਕੇ ਮੇਰੀ ਮਾਂ ਕਹਿਣ ਲੱਗੀ ਕਿ ਲੋਕਾਂ ਦੀ ਆਦਤ ਹੈ, ਗਰੀਬ ਨੂੰ ਰੋਟੀ ਕੋਈ ਨਹੀਂ ਦਿੰਦਾ, ਤਾਨੇ ਸਭ ਮਾਰਦੇ ਹਨ, ਉਸ ਦੇ ਚਰਿੱਤਰ ਤੇ ਸ਼ੱਕ ਕਰਦੇ ਹਨ। ਤੈਨੂੰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਮਾਂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਮਾਂ ਵੱਲ ਦੇਖਣ ਲੱਗੀ। ਮੈਂ ਕਿਹਾ, ਮਾਂ, ਮੈਂ ਗੱਲਾਂ ਦੀ ਪਰਵਾਹ ਕਿਉਂ ਨਾ ਕਰਾਂ? ਅਸੀਂ ਇਸ ਮੁਹੱਲੇ ਵਿੱਚ ਰਹਿਣਾ ਹੈ। ਬਸ ਤੁਸੀਂ ਹੁਣ ਉਸ ਦੋਦੀ ਨੂੰ ਘਰ ਨਹੀਂ ਆਉਣ ਦੇਵੋਗੇ।
ਮੈਂ ਉਸ ਵਿਅਕਤੀ ਨੂੰ ਮਨਾ ਕਰ ਦੇਵਾਂਗੀ ਕਿ ਉਹ ਸਾਡੇ ਘਰ ਦੁੱਧ ਨਾ ਦੇਣ ਆਵੇ। ਅਸੀਂ ਕਿਸੇ ਹੋਰ ਤੋਂ ਦੁੱਧ ਲਗਵਾ ਲਵਾਂਗੇ। ਮੇਰੀ ਗੱਲ ਸੁਣ ਕੇ ਮੇਰੀ ਮਾਂ ਕਹਿਣ ਲੱਗੀ ਕਿ ਨਹੀਂ, ਸਾਡੇ ਘਰ ਇਹੀ ਦੋਧੀ ਦੁੱਧ ਦੇਵੇਗਾ। ਫਿਰ ਉਸ ਨੇ ਕਿਹਾ ਕਿ ਤੂੰ ਨਹੀਂ ਜਾਣਦੀ ਕਿ ਉਹ ਸਾਡੇ ਲਈ ਕਿੰਨੇ ਮਾਇਨੇ ਰੱਖਦਾ ਹੈ। ਮੈਂ ਉਸ ਨੂੰ ਆਉਣ ਤੋਂ ਨਹੀਂ ਰੋਕ ਸਕਦੀ। ਇਹ ਮੇਰੀ ਮਜਬੂਰੀ ਹੈ, ਤੂੰ ਸਮਝ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਮੇਰੀ ਮਾਂ ਦੀ ਅਜਿਹੀ ਕਿਹੜੀ ਮਜਬੂਰੀ ਸੀ ਜਿਹੜੀ ਕਿ ਉਹ ਦੋਧੀ ਨੂੰ ਆਉਣ ਤੋਂ ਨਹੀਂ ਰੋਕ ਸਕਦੀ ਸੀ, ਤੇ ਉਹ ਸਾਡੇ 'ਤੇ ਕੀ ਅਹਿਸਾਨ ਕਰ ਰਿਹਾ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਸਾਫ਼-ਸਾਫ਼ ਸਮਝਾਓ ਕਿ ਤੁਸੀਂ ਉਸ ਦੋਧੀ ਨੂੰ ਕਿਉਂ ਨਹੀਂ ਰੋਕ ਸਕਦੇ। ਮੇਰੀ ਮਾਂ ਕਹਿਣ ਲੱਗੀ ਕਿ ਮੈਂ ਤੈਨੂੰ ਨਹੀਂ ਦੱਸ ਸਕਦੀ। ਇਹ ਕਹਿ ਕੇ ਮੇਰੀ ਮਾਂ ਫਿਰ ਸਿਲਾਈ ਕਰਨ ਲੱਗ ਗਈ। ਮੈਨੂੰ ਆਪਣੀ ਮਾਂ ਦੀ ਚੁੱਪ 'ਤੇ ਗੁੱਸਾ ਆਉਣ ਲੱਗਾ। ਮੈਂ ਆਪਣੀ ਮਾਂ ਨੂੰ ਉਸ ਦੀ ਕਿਸਮਤ 'ਤੇ ਛੱਡ ਦਿੱਤਾ। ਉਹ ਮੇਰੀ ਕੋਈ ਵੀ ਗੱਲ ਨਹੀਂ ਮੰਨ ਰਹੀ ਸੀ, ਪਰ ਮੈਂ ਉਸ ਵਿਅਕਤੀ ਨਾਲ ਕਦੇ ਗੱਲ ਨਹੀਂ ਕੀਤੀ ਸੀ। ਉਹ ਜਦੋਂ ਵੀ ਦੁੱਧ ਲੈ ਕੇ ਆਉਂਦਾ ਤਾਂ ਮੈਂ ਕਦੇ-ਕਦਾਈ ਦਰਵਾਜ਼ਾ ਖੋਲ੍ਹ ਦਿੰਦੀ ਸੀ, ਪਰ ਉਸਦੇ ਹੱਥੋਂ ਕਦੇ ਦੁੱਧ ਨਹੀਂ ਫੜਦੀ ਸੀ। ਮੈਂ ਆਪਣੀ ਮਾਂ ਨੂੰ ਆਵਾਜ਼ ਮਾਰਦੀ ਕਿ ਦੋਧੀ ਆ ਗਿਆ, ਤੁਸੀਂ ਉਸ ਤੋਂ ਦੁੱਧ ਲੈ ਲਓ। ਇੱਕ ਵਾਰ ਮੈਂ ਸਕੂਲ ਜਾ ਰਹੀ ਸੀ ਕਿ ਮੇਰੇ ਪਿੱਛੇ ਇੱਕ ਅਵਾਰਾ ਮੁੰਡਾ ਸੀਟੀਆਂ ਵਜਾਉਣ ਲੱਗ ਪਿਆ। ਕਦੇ ਗਲਤ ਹਰਕਤ ਕਰਨ ਲੱਗ ਪੈਂਦਾ ਤੇ ਕਦੇ ਮੇਰੇ ਨਾਲ ਚੱਲਣ ਲੱਗ ਪੈਂਦਾ, ਪਰ ਹੁਣ ਜੇ ਮੈਂ ਕੁਝ ਕਿਹਾ ਤਾਂ ਗਲੀ ਵਿੱਚ ਮੇਰਾ ਤਮਾਸ਼ਾ ਬਣ ਜਾਣਾ ਸੀ। ਜਦੋਂ ਮੈਂ ਉਸ ਦੋਧੀ ਦੀ ਦੁਕਾਨ ਕੋਲੋਂ ਦੀ ਲੰਘਣ ਲੱਗੀ ਤਾਂ ਉਸ ਦੋਧੀ ਨੇ ਉਸ ਮੁੰਡੇ ਦੀਆਂ ਹਰਕਤਾਂ ਨੂੰ ਦੇਖ ਲਿਆ। ਉਹ ਗੁੱਸੇ ਨਾਲ ਲਾਲ ਪੀਲਾ ਹੋ ਕੇ ਦੁਕਾਨ ਵਿੱਚੋਂ ਬਾਹਰ ਆ ਗਿਆ ਤੇ ਉਸ ਨੇ ਮੁੰਡੇ ਦੇ ਹੱਥ ਫੜ ਕੇ ਉਸ ਦੇ ਮੂੰਹ 'ਤੇ 2 ਥੱਪੜ ਮਾਰ ਦਿੱਤੇ। ਉਹ ਮੁੰਡਾ ਹੱਕਾ-ਬੱਕਾ ਰਹਿ ਗਿਆ ਸੀ। ਦੋਧੀ ਨੇ ਉਸ ਮੁੰਡੇ ਨੂੰ ਕਿਹਾ, ਤੇਰੀ ਹਿੰਮਤ ਕਿਵੇਂ ਹੋਈ ਇਸ ਕੁੜੀ ਨੂੰ ਕੁਝ ਕਹਿਣ ਦੀ? ਤੂੰ ਇਸ ਕੁੜੀ ਨੂੰ ਸੀਟੀ ਮਾਰੇਂਗਾ ਤਾਂ ਮੈਂ ਤੇਰਾ ਮੂੰਹ ਤੋੜ ਦਿਆਂਗਾ। ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ। ਇੰਜ ਲੱਗਾ ਜਿਵੇਂ ਮੇਰਾ ਤਮਾਸ਼ਾ ਬਣ ਗਿਆ ਹੋਵੇ। ਉਹ ਦੋਧੀ ਤਾਂ ਕਾਬੂ ਨਹੀਂ ਆ ਰਿਹਾ ਸੀ, ਉਸ ਮੁੰਡੇ ਨੂੰ ਕੁੱਟੀ ਜਾ ਰਿਹਾ ਸੀ। ਉਹ ਮੁੰਡਾ ਵੀ ਝਗੜਾ ਕਰਨ ਲੱਗਾ ਤੇ ਕਹਿਣ ਲੱਗਾ ਕਿ ਇਹ ਤੇਰੀ ਕੀ ਲੱਗਦੀ ਹੈ? ਤੂੰ ਹੁੰਦਾ ਕੌਣ ਹੈ ਮੇਰੇ ਮਸਲੇ ਵਿੱਚ ਬੋਲਣ ਵਾਲਾ? ਮੈਂ ਇਸ ਕੁੜੀ ਨੂੰ ਚਾਹੁੰਦਾ ਹਾਂ। ਵੈਸੇ ਵੀ ਇਹ ਕੁੜੀ ਮੈਨੂੰ ਪਿਆਰ ਕਰਦੀ ਹੈ। ਮੇਰਾ ਇਸ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ। ਉਸ ਮੁੰਡੇ ਨੇ ਵੀ ਸਭ ਦੇ ਸਾਹਮਣੇ ਸਾਫ਼ ਝੂਠ ਬੋਲਿਆ ਸੀ। ਮੈਂ ਰੋਣ ਲੱਗ ਪਈ ਤੇ ਕਿਹਾ ਕਿ ਮੈਂ ਇਸ ਨੂੰ ਨਹੀਂ ਜਾਣਦੀ। ਫਿਰ ਦੋਧੀ ਕਹਿਣ ਲੱਗਿਆ, ਮੈਂ ਇਸ ਕੁੜੀ ਨੂੰ ਜਾਣਦਾ ਹਾਂ। ਇਹ ਅਜਿਹੀ ਕੁੜੀ ਨਹੀਂ ਹੈ। ਖਬਰਦਾਰ, ਜੇ ਤੂੰ ਅੱਜ ਤੋਂ ਬਾਅਦ ਇਸ ਕੁੜੀ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਮੈਂ ਤੇਰੀਆਂ ਅੱਖਾਂ ਕੱਢ ਦੇਵਾਂਗਾ। ਉਸ ਦਾ ਇਹ ਰਵੱਈਆ ਦੇਖ ਕੇ ਲੋਕ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੇ, ਜਿਵੇਂ ਮੇਰਾ ਉਸ ਵਿਅਕਤੀ ਨਾਲ ਕੋਈ ਸੰਬੰਧ ਹੋਵੇ। ਮੈਂ ਇਸ ਦੋਧੀ ਦੀਆਂ ਹਰਕਤਾਂ ਤੋਂ ਪਰੇਸ਼ਾਨ ਆ ਗਈ ਸੀ। ਮੈਂ ਆਪਣੇ ਘਰ ਵਾਪਸ ਆ ਕੇ ਮਾਂ ਨੂੰ ਕਹਿਣ ਲੱਗੀ ਕਿ ਉਸ ਦੋਧੀ ਦੀਆਂ ਹਰਕਤਾਂ ਨੇ ਮੇਰਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਮੈਂ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਤੇਰੇ ਲਈ ਉਸ ਦਾ ਪਿਆਰ ਜਾਗ ਜਾਂਦਾ ਹੈ। ਮੈਂ ਕਿਹਾ, ਇਸ ਦਾ ਕੀ ਮਤਲਬ ਹੈ? ਮਾਂ ਕਹਿਣ ਲੱਗੀ, ਮੈਂ ਤੈਨੂੰ ਫਿਰ ਕਿਸੇ ਦਿਨ ਦੱਸਾਂਗੀ। ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲੇ ਗਈ। ਅਗਲੇ ਦਿਨ ਮਾਂ ਕਹਿਣ ਲੱਗੀ ਕਿ ਮੈਂ ਸ਼ਹਿਰ ਜਾ ਰਹੀ ਹਾਂ, ਮੈਨੂੰ ਦੇਰ ਹੋ ਜਾਵੇਗੀ। ਜਦੋਂ ਦੋਧੀ ਆਵੇਗਾ ਤਾਂ ਦੁੱਧ ਲੈ ਲੈਣਾ। ਮੈਨੂੰ ਉਸ ਵਿਅਕਤੀ ਤੋਂ ਨਫ਼ਰਤ ਹੋਣ ਲੱਗੀ ਸੀ। ਮੈਂ ਉਸ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੀ ਸੀ। ਇਸ ਲਈ ਮੈਂ ਦੁਪਹਿਰ ਦਾ ਖਾਣਾ ਬਣਾ ਕੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਤੇ ਦਰਵਾਜ਼ੇ ਕੋਲ ਦੁੱਧ ਲਈ ਡੋਲੂ ਰੱਖ ਦਿੱਤਾ ਤੇ ਥੋੜ੍ਹਾ ਜਿਹਾ ਦਰਵਾਜ਼ਾ ਵੀ ਖੋਲ੍ਹ ਦਿੱਤਾ ਤਾਂ ਜੋ ਮੈਨੂੰ ਦੋਜੀ ਦੇ ਆਉਣ ਦਾ ਪਤਾ ਲੱਗ ਜਾਵੇ ਤੇ ਅੰਦਰੋਂ ਆਵਾਜ਼ ਦੇ ਦੇਵਾਂਗੀ ਕਿ ਦੁੱਧ ਡੋਲੂ ਵਿੱਚ ਪਾ ਦਿਓ। ਪਹਿਲਾਂ ਤਾਂ ਉਹ ਦੁਪਹਿਰ ਦੇ ਸਮੇਂ ਹੀ ਦੁੱਧ ਦੇਣ ਆਉਂਦਾ ਸੀ, ਪਰ ਅੱਜ ਸ਼ਾਮ ਹੋ ਚੁੱਕੀ ਸੀ। ਮੈਨੂੰ ਚਿੰਤਾ ਹੋਣ ਲੱਗੀ ਕਿ ਨਾ ਤਾਂ ਮਾਂ ਆਈ ਤੇ ਨਾ ਹੀ ਦੋਜੀ ਆਇਆ ਸੀ। ਮੈਨੂੰ ਹੁਣ ਚਿੰਤਾ ਹੋਣ ਲੱਗੀ ਸੀ ਕਿ ਮਾਂ ਕਿਤੇ ਦੋਜੀ ਨਾਲ ਭੱਜ ਤਾਂ ਨਹੀਂ ਗਈ, ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਉਸ ਦੋਜੀ ਨੂੰ ਜਿੰਨੀ ਨਫ਼ਰਤ ਕਰਦੀ ਹਾਂ, ਮੈਂ ਆਪਣੀ ਮਾਂ ਦਾ ਵਿਆਹ ਕਦੇ ਵੀ ਉਸ ਵਿਅਕਤੀ ਨਾਲ ਨਹੀਂ ਹੋਣ ਦੇਵਾਂਗੀ। ਫਿਰ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਆਪਣੀ ਮਾਂ ਦੇ ਬਾਰੇ ਗਲਤ ਸੋਚ ਰਹੀ ਹਾਂ। ਮੈਨੂੰ ਆਪਣੀ ਮਾਂ ਬਾਰੇ ਅਜਿਹਾ ਨਹੀਂ ਸੋਚਣਾ ਚਾਹੀਦਾ, ਕਿਉਂਕਿ ਉਸਨੇ ਜਵਾਨੀ ਵਿੱਚ ਵਿਆਹ ਨਹੀਂ ਕਰਵਾਇਆ ਤੇ ਮੇਰੇ ਪਿਤਾ ਦੀ ਵਿਧਵਾ ਬਣ ਕੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ। ਫਿਰ ਉਹ ਇਸ ਉਮਰ ਵਿੱਚ ਅਜਿਹਾ ਕੰਮ ਕਿਉਂ ਕਰੇਗੀ? ਰਾਤ ਦੇ 8:30 ਵਜੇ ਦਰਵਾਜ਼ੇ 'ਤੇ ਦਸਤਕ ਹੋਈ ਤਾਂ ਮੈਂ ਦੂਰੋਂ ਹੀ ਪੁੱਛਿਆ ਕਿ ਕੌਣ ਹੈ, ਤਾਂ ਉਸਨੇ ਕਿਹਾ ਕਿ ਮੈਂ ਦੋਜੀ ਹਾਂ, ਦੁੱਧ ਲੈ ਲਵੋ। ਮੈਂ ਦੂਰੋਂ ਹੀ ਕਿਹਾ ਕਿ ਦਰਵਾਜ਼ੇ ਕੋਲ ਡੋਲੂ ਪਿਆ ਹੈ, ਉਸ ਵਿੱਚ ਦੁੱਧ ਪਾ ਦਿਓ। ਮੈਂ ਉਸ ਨੂੰ ਇਹ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਸੋਚਿਆ ਕਿ ਉਹ ਡੋਲੂ ਵਿੱਚ ਦੁੱਧ ਪਾ ਕੇ ਵਾਪਸ ਚਲਾ ਜਾਵੇਗਾ, ਕਿਉਂਕਿ ਨਾ ਤਾਂ ਮੇਰੀ ਮਾਂ ਬਾਹਰ ਬੈਠੀ ਸੀ ਜਿਸ ਨਾਲ ਉਹ ਗੱਲ ਕਰ ਸਕਦਾ ਸੀ, ਪਰ ਜਦੋਂ ਮੈਂ ਕਮਰੇ ਵਿੱਚ ਗਈ ਤਾਂ ਉਹ ਮੇਰੇ ਪਿੱਛੇ ਹੀ ਕਮਰੇ ਵਿੱਚ ਆ ਗਿਆ। ਉਸ ਨੂੰ ਦੇਖ ਕੇ ਮੈਂ ਡਰ ਗਈ ਤੇ ਮੈਨੂੰ ਗੁੱਸਾ ਵੀ ਬਹੁਤ ਆਇਆ। ਮੇਰੀ ਜਾਨ ਤਾਂ ਉਸ ਸਮੇਂ ਨਿਕਲੀ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਕਿਹਾ, ਖਬਰਦਾਰ, ਮੇਰੇ ਕੋਲ ਨਾ ਆਉਣਾ। ਉਸਨੇ ਕਿਹਾ, ਪਹਿਲਾਂ ਮੇਰੀ ਗੱਲ ਤਾਂ ਸੁਣ ਲਾ। ਮੈਂ ਕਿਹਾ, ਮੈਂ ਕੋਈ ਗੱਲ ਨਹੀਂ ਸੁਣਨੀ, ਇੱਥੋਂ ਚਲੇ ਜਾ। ਮਾਂ ਵੀ ਘਰ ਨਹੀਂ ਹੈ। ਪਰ ਉਹ ਮੇਰੇ ਕੋਲ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ,
ਫਿਰ ਕੀ ਹੋਇਆ ਜੇ ਤੇਰੀ ਮਾਂ ਘਰ ਨਹੀਂ ਹੈ? ਤੈਨੂੰ ਮੇਰੇ ਕੋਲੋਂ ਡਰਨ ਦੀ ਲੋੜ ਨਹੀਂ ਹੈ। ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ। ਫਿਰ ਉਸਨੇ ਮੈਨੂੰ ਕਿਹਾ ਕਿ ਮੈਂ ਤੇਰਾ ਪਿਤਾ ਹਾਂ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਉਸ ਦਾ ਗਲ ਫੜ ਲਿਆ। ਮੈਂ ਕਿਹਾ, ਤੁਸੀਂ ਮੇਰੀ ਮਾਂ ਨਾਲ ਵਿਆਹ ਕਿਉਂ ਕੀਤਾ? ਵਿਆਹ ਕਰਾਉਣ ਲਈ ਤੁਸੀਂ ਮੇਰੀ ਮਾਂ ਨੂੰ ਭਜਾ ਕੇ ਲੈ ਗਏ ਹੋ। ਮੇਰੀ ਗੱਲ ਸੁਣ ਕੇ ਉਸਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਕਹਿਣ ਲੱਗਾ, ਜੋ ਗਲਤੀ ਮੈਂ ਆਪਣੇ ਬੀਤੇ ਹੋਏ ਕੱਲ੍ਹ ਵਿੱਚ ਕੀਤੀ ਹੈ, ਉਸ ਦੀ ਵਜ੍ਹਾ ਕਰਕੇ ਤੇਰੀ ਮਾਂ ਮੇਰੇ ਨਾਲ ਕਦੇ ਵਿਆਹ ਨਹੀਂ ਕਰ ਸਕਦੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਈ। ਉਹ ਕਹਿਣ ਲੱਗਿਆ ਕਿ ਤੇਰਾ ਪਿਤਾ ਮਰਿਆ ਨਹੀਂ ਹੈ ਤੇ ਨਾ ਹੀ ਤੇਰੀ ਮਾਂ ਵਿਧਵਾ ਹੈ। ਤੇਰਾ ਪਿਤਾ ਇਸ ਵੇਲੇ ਤੇਰੇ ਸਾਹਮਣੇ ਖੜਾ ਹੈ। ਮੈਂ ਹੀ ਤੇਰਾ ਅਸਲੀ ਪਿਤਾ ਹਾਂ। ਇਹ ਕਹਿ ਕੇ ਉਹ ਰੋਣ ਲੱਗ ਪਿਆ ਕਿ ਮੈਂ ਬਹੁਤ ਗੁੱਸੇ ਵਾਲਾ ਸੀ। ਮੈਂ ਛੋਟੀ ਜਿਹੀ ਗੱਲ ਤੇ ਤੇਰੀ ਮਾਂ ਨੂੰ ਤਲਾਕ ਦੇ ਦਿੱਤਾ ਸੀ ਤੇ ਤੇਰੀ ਮਾਂ ਨੂੰ ਛੱਡ ਦਿੱਤਾ ਸੀ। ਪਰ ਉਸ ਤੋਂ ਬਾਅਦ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੋਣ ਲੱਗਾ, ਕਿਉਂਕਿ ਮੇਰੇ ਕੋਲ ਕੋਈ ਰਸਤਾ ਨਹੀਂ ਸੀ। ਮੈਂ ਕੁਝ ਸਾਲ ਇੱਧਰ ਉੱਧਰ ਭਟਕਦਾ ਰਿਹਾ। ਜਦੋਂ ਮੈਂ ਵਾਪਸ ਆਇਆ ਤਾਂ ਤੇਰੀ ਮਾਂ ਉੱਥੋਂ ਚਲੀ ਗਈ ਸੀ। ਮੈਂ ਉਸਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਨਹੀਂ ਮਿਲੀ। ਕੁਝ ਸਮਾਂ ਪਹਿਲਾਂ ਹੀ ਮੈਂ ਉਸਨੂੰ ਇਸ ਮੁਹੱਲੇ ਵਿੱਚ ਦੇਖਿਆ ਤਾਂ ਮੈਂ ਤੇਰੀ ਮਾਂ ਤੋਂ ਮਾਫ਼ੀ ਮੰਗ ਲਈ। ਮੈਂ ਉਸਨੂੰ ਘਰ ਦਾ ਸਾਰਾ ਖਰਚਾ ਵੀ ਦੇਣਾ ਸ਼ੁਰੂ ਕਰ ਦਿੱਤਾ। ਉਸ ਵਿਅਕਤੀ ਨੇ ਮੈਨੂੰ ਕਿਹਾ ਕਿ ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ, ਇਸ ਲਈ ਮੈਂ ਦੂਜਾ ਵਿਆਹ ਨਹੀਂ ਕਰਵਾਇਆ। ਪਰ ਜਦ ਮੈਂ ਰੋਜ਼-ਰੋਜ਼ ਤੁਹਾਡੇ ਘਰ ਆਉਣ ਲੱਗਾ ਤਾਂ ਲੋਕਾਂ ਨੇ ਉਸਦੇ ਕਿਰਦਾਰ 'ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇਰੀ ਮਾਂ ਨੇ ਮੈਨੂੰ ਕਿਹਾ ਕਿ ਮੇਰੀ ਧੀ ਨੂੰ ਸੱਚ ਦੱਸ ਕੇ ਇੱਥੋਂ ਚਲੇ ਜਾਓ। ਤਾਂ ਮੈਂ ਕਿਹਾ ਕਿ ਮੈਂ ਤੈਨੂੰ ਪਿਤਾ ਦਾ ਪਿਆਰ ਦੇਣਾ ਚਾਹੁੰਦਾ ਹਾਂ। ਰੱਬ ਤੈਨੂੰ ਖੁਸ਼ ਰੱਖੇ। ਮੈਨੂੰ ਇਸ ਤੋਂ ਨਾ ਰੋਕੋ। ਮੈਂ ਕਿਹਾ ਕਿ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਸਭ ਦੇ ਸਾਹਮਣੇ ਸਵੀਕਾਰ ਕਰੋ ਕਿ ਤੁਸੀਂ ਮੇਰੇ ਪਿਤਾ ਹੋ, ਤਾਂ ਜੋ ਮੈਨੂੰ ਕੋਈ ਸ਼ੱਕ ਦੀ ਨਜ਼ਰ ਨਾਲ ਨਾ ਦੇਖੇ। ਫਿਰ ਉਸ ਵਿਅਕਤੀ ਨੇ ਸਾਰੇ ਆਂਢ ਗੁਆਂਢ ਨੂੰ ਕਿਹਾ ਕਿ ਮੈਂ ਉਸਦੀ ਧੀ ਹਾਂ। ਉਹ ਸਾਡੇ ਲਈ ਚੰਗੇ ਵੀ ਬਣ ਗਏ ਸਨ, ਪਰ ਉਹਨਾਂ ਦੀ ਇੱਕ ਗਲਤੀ ਕਰਕੇ ਜੋ ਮੇਰੀ ਮਾਂ ਨੇ ਦੁੱਖ ਸਹੇ, ਉਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ, ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਕਿੱਦਾਂ ਦੀ ਲੱਗੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।